हाँ जी दोस्तों, सत श्री अकाल। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ। ਸੋ ਕੱਲ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਕੀ ਕੀਤਾ ਸੀ, ਕਿਰਿਆ ਵਿਸ਼ੇਸ਼ਣ ਬਾਰੇ ਪੜ੍ਹਿਆ ਸੀ ਕਿ ਜੋ ਕੰਮ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਸੋ ਅੱਜ ਉਸੇ ਸੀਰੀਜ਼ ਨੂੰ ਆਪਾਂ ਫਰਦਰ ਕੰਟੀਨਿਊ ਕਰਨਾ ਹੈ ਤੇ ਫਰਦਰ ਕੰਟੀਨਿਊ ਕਰਦੇ ਹੋਏ ਆਪਾਂ ਕੀ ਕਰਨਾ ਹੈ, ਆਪਾਂ ਉਸ ਦੀਆਂ ਕਿਸਮਾਂ ਪੜ੍ਹਨੀਆਂ ਹਨ। ਸੋ ਧਿਆਨ ਦੇ ਨਾਲ ਕਿਸਮਾਂ ਨੂੰ ਸਮਝ ਲੈਣਾ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਜਿੱਥੇ ਜਿੱਥੇ ਜ਼ਰੂਰਤ ਹੋਏ ਤੁਹਾਨੂੰ ਉਦਾਹਰਣ ਦੇ ਤੌਰ ਦੇ ਉੱਤੇ ਸਮਝਾਉਂਦਾ ਰਹਾਂ। ਸੋ ਇਸ ਤੋਂ ਪਹਿਲਾਂ ਕਿਰਿਆ ਵਿਸ਼ੇਸ਼ਣ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਪੜ੍ਹ ਸਕਦੇ ਹਨ। ਜਿੱਦਾਂ ਰਾਮ ਗਾਉਂਦਾ ਹੈ ਅਤੇ ਰਾਮ ਸੁਰੀਲਾ ਗਾਉਂਦਾ ਹੈ, ਦੋਵਾਂ ਵਾਕਾਂ ਦੇ ਵਿੱਚ ਕਾਫੀ ਫਰਕ ਹੈ। ਅਤੇ ਇੱਥੇ ਜੋ ਰਾਮ ਗਾਉਂਦਾ ਹੈ, ਇੱਥੇ ਦੇਖ ਸਕਦੇ ਹੋ ਕਿ ਰਾਮ ਗਾਉਂਦਾ ਹੈ ਇਹ ਕਿਰਿਆ ਹੈ ਇਸ ਦੇ ਵਿੱਚ ਗਾਉਣਾ, ਅਤੇ ਰਾਮ ਸੁਰੀਲਾ ਗਾਉਂਦਾ ਹੈ, ਜੋ ਸੁਰੀਲਾ ਲਫ਼ਜ਼ ਹੈ ਉਹ ਇਸ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ। ਸੋ ਇਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਕਿਰਿਆ ਵਿਸ਼ੇਸ਼ਣ ਦੀਆਂ ਅੱਗੇ 8 ਕਿਸਮਾਂ ਹੁੰਦੀਆਂ ਨੇ, ਤੁਸੀਂ ਯਾਦ ਰੱਖਣੀਆਂ ਹਨ। ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਹਨ, ਤਾਂ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਹਨ। ਸੋ ਹੁਣ ਆਪਾਂ ਉਹਨਾਂ ਨੂੰ ਇੱਕ ਇੱਕ ਕਰਕੇ ਨੀਚੇ ਧਿਆਨ ਦੇ ਨਾਲ ਸਮਝਣਾ ਹੈ ਅਤੇ ਜਿੱਥੇ ਜਿੱਥੇ ਜ਼ਰੂਰਤ ਹੋਏਗੀ ਮੈਂ ਉਦਾਹਰਨ ਵੀ ਦਿੰਦਾ ਰਹਾਂਗਾ। ਠੀਕ ਹੈ ਜੀ। ਸੋ ਅੱਜ ਦਾ ਟੌਪਿਕ ਆਪਣਾ ਕੀ ਹੈ, ਕਿਰਿਆ ਵਿਸ਼ੇਸ਼ਣ। ਸੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਪਹਿਲਾਂ ਵੀ ਆਪਣੇ ਕਈ ਸਬਸਕ੍ਰਾਈਬਰ ਹੋ ਚੁੱਕੇ ਨੇ, 200 ਤੋਂ ਵੱਧ, ਅਤੇ ਹੋਰ ਵੀ ਸਬਸਕ੍ਰਾਈਬਰਾਂ ਨੂੰ ਤੁਸੀਂ ਜੋੜਨਾ ਹੈ। ਜਿਹੜੇ ਵੀ ਤੁਹਾਡੇ ਦੋਸਤ ਜਿਨ੍ਹਾਂ ਨੇ ਪਟਵਾਰੀ ਦਾ ਫਾਰਮ ਭਰਿਆ ਹੈ ਜਾਂ ਕੋਈ ਹੋਰ ਫਾਰਮ ਭਰਿਆ ਹੋਇਆ ਹੈ ਪੰਜਾਬ ਦੀਆਂ ਜੋਬਸ ਦਾ ਜਾਂ ਸੈਂਟਰਲ ਗੌਰਮੈਂਟ ਦੀਆਂ ਜੋਬਸ ਦਾ, ਸੋ ਕਾਪਲਾਂ ਬਾਰੇ ਆਪਾਂ ਤਿਆਰੀ ਕਰਦੇ ਹਾਂ। ਸੋ ਅੱਗੇ ਇਸ ਦੀਆਂ 8 ਕਿਸਮਾਂ: ਪ੍ਰਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਕਾਰਣਵਾਚਕ, ਪਰਿਮਾਣਵਾਚਕ, ਸੰਖਿਆਵਾਚਕ, ਨਿਸ਼ਚੈਵਾਚਕ ਅਤੇ ਨਿਰਣਾਵਾਚਕ। ਵਾਰੀ ਵਾਰੀ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਕਿਸਮ ਹੈ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ। ਕਾਲਵਾਚਕ ਕਿਰਿਆ ਵਿਸ਼ੇਸ਼ਣ ਦਾ ਮਤਲਬ, ਕਾਲ ਦਾ ਮਤਲਬ ਹੁੰਦਾ ਹੈ ਸਮਾਂ। ਸੋ ਜਿੱਥੇ ਵੀ ਵਕਤ ਦੀ ਗੱਲ ਹੋਵੇਗੀ ਜਾਂ ਕਾਲ ਦੇ ਨਾਲ ਰਿਲੇਟਡ, ਮਤਲਬ ਕਿਤੇ ਨਾ ਕਿਤੇ ਸਮੇਂ ਦੇ ਨਾਲ ਰਿਲੇਟਡ ਹੋਊਗੀ। ਦੇਖੋ ਜਿੱਦਾਂ ਹੁਣ ਇੱਥੇ ਕੱਢ ਸਕਦੇ ਹੋ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਆਪਾਂ ਕਹੀਏ ਮੈਂ ਹੁਣੇ, ਉਹ ਹੁਣੇ ਇੱਥੋਂ ਗਿਆ, ਤਾਂ ਉਹ ਇੱਥੇ ਤੋਂ ਗਿਆ ਹੈ, ਤਾਂ ਉਹ ਕੀ ਹੈ, ਉਹ ਕਿਰਿਆ ਹੋ ਗਈ ਉਹਦੀ ਕਿ ਉਹ ਹੁਣੇ ਮੇਰੇ ਕੋਲੋਂ ਗਿਆ। ਪਰ ਇੱਥੋਂ ਜਿਹੜਾ ਸਮਾਂ ਹੈ, ਕਾਲਵਾਚਕ ਕਿਰਿਆ ਤਾਂ ਵਿਸ਼ੇਸ਼ਤਾ ਤਾਂ ਪਤਾ ਲੱਗ ਗਈ ਕਿ ਉਹ 'ਚ ਗਿਆ ਹੈ, ਪਰ ਉਹ ਕਦੋਂ ਗਿਆ ਹੈ, ਉਹ ਹੁਣੇ ਗਿਆ ਹੈ। ਠੀਕ ਹੈ ਜੀ। ਮੰਨ ਲਓ ਉਹ ਚੀਜ਼ ਹੈ, ਹੁਣ ਜਿੱਦਾਂ ਭਲਕੇ ਖੇਡ ਮੇਲਾ ਹੋਵੇਗਾ, ਤਾਂ ਜਿਹੜਾ ਖੇਡ ਮੇਲਾ ਹੋਣਾ ਹੈ ਉਹ ਮੰਨ ਲਓ ਭਲਕੇ ਕਹਿ ਦਿੱਤਾ ਆਪਾਂ ਕਿ ਭਲਕੇ ਖੇਡ ਮੇਲਾ ਹੋਵੇਗਾ, ਤਾਂ ਖੇਡ ਮੇਲਾ ਹੋਣਾ ਕੀ ਹੈ, ਇੱਕ ਕਿਰਿਆ ਹੈ। ਖੇਡ ਮੇਲਾ ਇੱਕ ਕਿਰਿਆ ਹੈ ਅਤੇ ਭਲਕੇ ਉਸ ਦੇ ਵਿੱਚ ਕੀ ਹੋ ਗਿਆ, ਭਲਕੇ ਉਸ ਕਿਰਿਆ ਦੀ ਵਿਸ਼ੇਸ਼ਤਾ ਹੋ ਗਈ। ਮਤਲਬ ਜਦੋਂ ਆਪਾਂ ਨੂੰ ਪਤਾ ਲੱਗ ਗਿਆ, ਜਿਸ ਤਰ੍ਹਾਂ ਰਾਤੋਂ ਰਾਤ, ਤਾਂ ਰਾਤੋਂ ਰਾਤ ਨੂੰ ਵੀ ਇੱਕ ਤਰੀਕੇ ਨਾਲ ਕਾਲਵਾਚਕ ਕਿਰਿਆ ਵਿਸ਼ੇਸ਼ਣ। ਹਰ ਰੋਜ਼, ਕਦੀ ਕਤਾਈ। ਠੀਕ ਹੈ ਜੀ। ਸੋ ਕਦੀ ਕਤਾਈ, ਜਿਵੇਂ ਆਪਾਂ ਕਹਿ ਲਈਏ ਕਿ ਉਹ ਹਰ ਰੋਜ਼ ਸੈਰ ਕਰਦਾ ਹੈ, ਤਾਂ ਜਿਹੜਾ ਸੈਰ ਕਰਨਾ ਹੈ ਉਹ ਕੀ ਹੋ ਗਿਆ, ਉਹਦੀ ਕਿਰਿਆ ਹੋ ਗਈ ਜੀ ਰੋਜ਼ ਦੀ। ਸੈਰ ਕਰਨਾ ਕੀ ਹੋ ਗਿਆ, ਕਿਰਿਆ। ਉਹ ਹਰ ਰੋਜ਼ ਸੈਰ ਕਰਦਾ ਹੈ, ਇਹ ਕੀ ਹੋ ਗਿਆ ਜੀ, ਉਸ ਕਿਰਿਆ ਦੀ ਵਿਸ਼ੇਸ਼ਤਾ ਹੋ ਗਈ ਕਿ ਜੋ ਸੈਰ ਹੈ ਉਹ ਹਰ ਰੋਜ਼ ਹੁੰਦੀ ਹੈ। ਸੋ ਕਾਲਵਾਚਕ ਕਿਰਿਆ ਵਿਸ਼ੇਸ਼ਣ ਮੇਰੇ ਖਿਆਲ ਨਾਲ ਇੰਨੀਆਂ ਉਦਾਹਰਨਾਂ ਦੇ ਨਾਲ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਵਿਸ਼ੇਸ਼ਣ ਹੈ ਜਿਸ ਦੇ ਵਿੱਚ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਹੈ। ਠੀਕ ਹੈ ਜੀ। ਬਾਕੀ ਉਦਾਹਰਨਾਂ ਜਦੋਂ ਆਪਾਂ ਕੁਐਸਚਨ ਕਰਾਂਗੇ ਸ਼ਾਇਦ ਆਪਾਂ ਨੂੰ ਉਦੋਂ ਮਿਲ ਜਾਣਗੀਆਂ। ਸੋ ਫਿਲਹਾਲ ਤੁਸੀਂ ਇੰਨੀਆਂ ਉਦਾਹਰਨਾਂ ਨੂੰ ਚੰਗੀ ਤਰੀਕੇ ਨਾਲ
ਸਮਝ ਲੈਣਾ ਹੈ। ਸੋ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹੁਣੇ, ਭਲਕੇ, ਰਾਤੋਂ ਰਾਤ, ਕਦੀ ਕਤਾਈ, ਅਕਸਰ, ਇੱਦਾਂ ਦੀਆਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ। ਸੋ ਗੱਲ ਕਰਦੇ ਹਾਂ ਸਥਾਨਵਾਚਕ ਦੀ। ਸਥਾਨਵਾਚਕ ਦੀ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਥਾਨ ਦਾ ਗਿਆਨ ਹੋਵੇ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਸਥਾਨਵਾਚਕ ਦੇ ਵਿੱਚ ਦੇਖੋ ਬਾਜ਼ਾਰ ਆ ਸਕਦਾ ਹੈ, ਘਰ ਆ ਸਕਦਾ ਹੈ, ਇੱਧਰ ਉੱਧਰ, ਸਾਹਮਣੇ, ਸੱਜਿਓਂ ਖੱਬਿਓਂ, ਇੱਦਾਂ। ਸੋ ਇਹ ਜਿਹੜੀਆਂ ਹਨ ਉਦਾਹਰਨਾਂ ਇਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਹੋ ਸਕਦੀਆਂ ਹਨ। ਮੈਂ 1 ਮਿੰਟ ਪੌਜ਼ ਕਰਦਾ ਹਾਂ ਜੀ। ਹਾਂਜੀ, ਸੋ ਉਦਾਹਰਨਾਂ ਤੁਸੀਂ ਦੇਖ ਸਕਦੇ ਹੋ। ਹੁਣ ਮੈਂ ਤੁਹਾਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀਆਂ 2-3 ਉਦਾਹਰਨਾਂ ਦੇਣ ਲੱਗਾ ਹਾਂ। ਤੋ ਇਹਨਾਂ ਉਦਾਹਰਨਾਂ ਨੂੰ ਤੁਸੀਂ ਲਿਖ ਸਕਦੇ ਹੋ ਕਾਪੀ ਦੇ ਵਿੱਚ, ਕਿਉਂਕਿ ਲਿਖੀ ਹੋਈ ਚੀਜ਼ ਹਮੇਸ਼ਾ ਕਈ ਵਾਰੀ ਯਾਦ ਰਹਿੰਦੀ ਹੈ। ਸੋ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਮੈਂ ਤੁਹਾਨੂੰ ਦੇ ਰਿਹਾ ਹਾਂ। ਪਹਿਲੀ ਉਦਾਹਰਣ ਤੁਸੀਂ ਦੇਖ ਸਕਦੇ ਹੋ, ਸੁਣੋ। ਤੁਸੀਂ ਬਾਹਰ ਖੇਡੋ। ਬਾਹਰ ਦਾ ਮਤਲਬ ਕੀ ਹੋ ਗਿਆ ਕਿ ਤੁਸੀਂ ਬਾਹਰ ਕਿਤੇ ਖੇਡਣਾ ਹੈ, ਤਾਂ ਬਾਹਰ ਉੱਥੇ ਕੀ ਹੋ ਗਿਆ, ਬਾਹਰ ਸਥਾਨ ਦੱਸ ਰਿਹਾ ਹੈ। ਠੀਕ ਹੈ ਜੀ, ਬਾਹਰ ਕੀ ਦੱਸ ਰਿਹਾ ਹੈ ਕਿ ਤੁਸੀਂ ਖੇਡਣਾ ਤਾਂ ਹੈ, ਪਰ ਕਿੱਥੇ ਖੇਡਣਾ ਹੈ, ਬਾਹਰ। ਜਾਂ ਇੱਦਾਂ ਕਹਿ ਸਕਦੇ ਹਾਂ ਤੁਸੀਂ ਮੈਦਾਨ ਵਿੱਚ ਖੇਡੋ। ਉਸ ਕੇਸ ਦੇ ਵਿੱਚ ਮੈਦਾਨ ਕੀ ਹੋ ਜਾਏਗਾ, ਖੇਡਣਾ ਤਾਂ ਤੁਸੀਂ ਹੈ ਹੀ ਹੈ। ਮੈਦਾਨ ਕੀ ਹੋ ਜਾਏਗਾ, ਮੈਦਾਨ ਤੁਹਾਨੂੰ ਉਸ ਖੇਡਣ ਦੀ ਜਗ੍ਹਾ ਦੱਸੇਗਾ, ਅਤੇ ਉਹ ਜਗ੍ਹਾ ਦੱਸਣ ਵਾਲੇ ਵਿਸ਼ੇਸ਼ਣ ਨੂੰ ਦੱਸਣ ਵਾਲੇ ਸ਼ਬਦ ਨੂੰ ਆਪਾਂ ਕਹਾਂਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਸੋ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਕਿ ਤੁਸੀਂ ਮੈਦਾਨ ਦੇ ਵਿੱਚ ਖੇਡ ਰਹੇ ਹੋ ਜਾਂ ਤੁਸੀਂ ਬਾਹਰ ਖੇਡ ਰਹੇ ਹੋ। ਉਸ ਤੋਂ ਬਿਨਾਂ ਹੋਰ ਉਦਾਹਰਣ ਲੈ ਸਕਦੇ ਹੋ ਕਿ ਅਸੀਂ ਅੰਦਰ ਬੈਠੇ ਹਾਂ। ਹੁਣ ਅਸੀਂ ਅੰਦਰ ਬੈਠੇ ਹਾਂ, ਬੈਠਣਾ ਕੀ ਹੋ ਗਿਆ, ਕਿਰਿਆ ਹੋ ਗਈ, ਅਸੀਂ ਕਿਤੇ ਬੈਠੇ ਹਾਂ, ਪਰ ਉਹ ਅੰਦਰ ਬੈਠੇ ਹਾਂ ਜਾਂ ਬਾਹਰ ਬੈਠੇ, ਉਹ ਕੀ ਹੈ, ਵਿਸ਼ੇਸ਼ਤਾ ਹੋ ਗਈ। ਸੋ ਇਸ ਤਰੀਕੇ ਨਾਲ ਕੀ ਹੈ, ਕਾਲਵਾਚਕ ਤਾਂ ਆਪਾਂ ਪਹਿਲਾਂ ਪੜ੍ਹ ਹੀ ਚੁੱਕੇ ਹਾਂ ਕਿ ਜਿੱਦਾਂ ਹੁਣੇ ਆਪਾਂ ਗੱਲ ਕਰ ਰਹੇ ਸੀ ਕਿ ਹੁਣੇ ਕੋਈ ਐਗਜ਼ਾਮਪਲ ਆਪਾਂ ਲਈ ਸੀ ਇਹਦੀ, ਅਤੇ ਜਿਵੇਂ ਰੋਹਿਤ ਹਰ ਰੋਜ਼ ਸੈਰ ਕਰਨ ਜਾਂਦਾ ਹੈ, ਤਾਂ ਹਰ ਰੋਜ਼ ਕੀ ਹੈ, ਉਹ ਕਾਲ ਬਾਰੇ ਦੱਸ ਰਿਹਾ ਹੈ ਕਿ ਉਹ ਹਰ ਰੋਜ਼ ਜਾਂਦਾ ਹੈ, ਮਤਲਬ ਟਾਈਮ ਦਾ ਬਾਰੇ ਦੱਸ ਰਿਹਾ ਹੈ। ਇਸੇ ਤਰੀਕੇ ਨਾਲ ਕਾਲਵਾਚਕ ਦੀ ਵੀ ਉਦਾਹਰਣ ਲੈ ਸਕਦੇ ਹੋ ਹੋਰ, ਕਿ ਉਹ ਸਵੇਰੇ ਆਇਆ, ਉਹ ਸਵੇਰੇ ਸਾਡੇ ਘਰ ਆਇਆ। ਠੀਕ ਹੈ ਜੀ, ਸੋ ਉਹ ਸਾਡੇ ਘਰ ਆਇਆ ਜਾਂ ਉਹ ਆਇਆ ਜੋ ਹੈ ਉਹ ਕੀ ਹੋਗੀ, ਕਿਰਿਆ ਹੋਗੀ। ਅਤੇ ਉਹ ਸਵੇਰ ਦੇ ਸਮੇਂ ਘਰ ਆਇਆ, ਸਵੇਰ ਕੀ ਹੋਗੀ, ਕਾਲ ਦੱਸ ਰਹੀ ਹੈ ਜੀ। ਸਵੇਰ ਤੋਂ ਕੀ ਪਤਾ ਲੱਗ ਰਿਹਾ ਹੈ, ਸਮੇਂ ਬਾਰੇ। ਠੀਕ ਹੈ ਜੀ, ਸੋ ਸਵੇਰ ਦਾ ਅਰਥ ਬਣ ਗਿਆ ਕਿ ਉਹ ਸਵੇਰ ਤੋਂ ਸਵੇਰੇ ਉਹ ਸਵੇਰੇ ਘਰ ਆਇਆ, ਤਾਂ ਸਵੇਰਾ ਕੀ ਹੋ ਗਿਆ, ਸਵੇਰੇ, ਇਹਦਾ ਆਪਾਂ ਨੂੰ ਦੱਸ ਰਿਹਾ ਹੈ ਸਮੇਂ ਬਾਰੇ। ਸੋ ਇਹ ਆਪਾਂ ਹੁਣ 2 ਚੀਜ਼ਾਂ ਕਰ ਚੁੱਕੇ ਹਾਂ ਜੀ। 2 ਚੀਜ਼ਾਂ ਬਾਰੇ ਜੇ ਕਿਤੇ ਕੋਈ ਡਾਊਟ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਜ਼ਰੂਰ ਪੁੱਛਣਾ ਹੈ। ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਸ ਦੇ ਵਿੱਚ ਆਪਾਂ ਨੂੰ ਸਮੇਂ ਦੇ ਬਾਰੇ ਪਤਾ ਲੱਗੇ ਕਿਰਿਆ ਦੇ ਹੋਣ ਦੇ, ਅਤੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਸ ਦੇ ਵਿੱਚ ਆਪਾਂ ਨੂੰ ਕਿਰਿਆ ਦੇ ਸਥਾਨ ਬਾਰੇ ਪਤਾ ਲੱਗੇ। ਠੀਕ ਹੈ ਜੀ, ਕਿਰਿਆ ਦੇ ਹੋਣ ਦੇ ਸਥਾਨ ਬਾਰੇ, ਕਿ ਕਿਰਿਆ ਕਿਸ ਤਰ੍ਹਾਂ ਹੋ ਰਹੀ ਹੈ, ਕਿੱਥੇ ਹੋ ਰਹੀ ਹੈ। ਜੇਕਰ ਉਸ ਬਾਰੇ ਆਪਾਂ ਨੂੰ ਕੁਛ ਪਤਾ ਲੱਗਦਾ ਹੈ ਤਾਂ ਉਸ ਨੂੰ ਆਪਾਂ ਸਮਝ ਲੈਣਾ ਹੈ। ਸੋ ਇਹ 2 ਟਾਈਪਾਂ ਆਪਾਂ ਕਰ ਚੁੱਕੇ ਹਾਂ, ਕਾਲਵਾਚਕ ਕਿਰਿਆ ਵਿਸ਼ੇਸ਼ਣ ਅਤੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਅਤੇ ਹੁਣ ਆਪਾਂ ਪੜ੍ਹਨਾ ਹੈ ਅਗਲੀ ਟਾਈਪ। ਅਗਲੀ ਟਾਈਪ ਕੀ ਹੈ, ਤੀਜੀ ਟਾਈਪ ਹੈ, ਤੀਜੀ ਕਿਸਮ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਸੋ ਅਗਲੀ ਕਿਸਮ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਹੁਣ ਦੇਖੋ ਇੱਥੇ ਕੀ ਹੈ, ਕਹਿੰਦਾ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ, ਮਤਲਬ ਜਿਸ ਤੋਂ ਆਪਾਂ ਨੂੰ ਕਿਰਿਆ ਦੇ ਹੋਣ ਦਾ ਤਰੀਕਾ ਪਤਾ ਲੱਗੇ। ਠੀਕ ਹੈ ਜੀ, ਢੰਗ ਜਾਂ ਪ੍ਰਕਾਰ ਦਾ ਮਤਲਬ ਕਿ ਤਰੀਕਾ ਪਤਾ ਲੱਗੇ, ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਉਦਾਹਰਨਾਂ ਦੇਖਦੇ ਹਾਂ, ਹੌਲੀ, ਛੇਤੀ, ਇਉਂ, ਉਸ ਤਰ੍ਹਾਂ। ਸੋ ਇਹ ਕੀ ਹੈ, ਪ੍ਰਕਾਰ ਹੋ ਗਈਆਂ। ਹੁਣ ਉਦਾਹਰਨਾਂ ਦੇਖੋ, ਇਹਦਾ ਪ੍ਰਕਾਰ ਦੇ ਲਫ਼ਜ਼ ਹੋ ਗਏ ਜਿਹੜੇ ਕਿਰਿਆ ਵਿਸ਼ੇਸ਼ਣ ਕਹਿ ਸਕਦੇ ਹਾਂ ਆਪਾਂ।
ਹੁਣ ਤੁਸੀਂ ਉਦਾਹਰਨਾਂ ਸੁਣਨੀਆਂ ਨੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੀਆਂ, ਧਿਆਨ ਦੇ ਨਾਲ। ਉਦਾਹਰਨਾਂ ਕੀ ਨੇ? ਪਹਿਲੀ ਉਦਾਹਰਣ, ਉਹ ਹੌਲੀ ਤੁਰਦਾ ਹੈ। ਉਦਾਹਰਣ ਸਮਝੋ, ਉਹ ਹੌਲੀ ਤੁਰਦਾ ਹੈ। ਇਸ ਲਫ਼ਜ਼ ਦੇ ਵਿੱਚ ਜਿਹੜਾ ਹੌਲੀ ਹੈ, ਉਹ ਜਿਹੜੀ ਕਿਰਿਆ ਕਰ ਰਿਹਾ, ਕਿਰਿਆ ਕੀ ਹੈ? ਉਸਦੀ ਤੁਰਨਾ। ਸੋ ਉਹ ਹੌਲੀ ਤੁਰਦਾ ਹੈ, ਇਸ ਵਾਕ ਦੇ ਵਿੱਚ ਜੋ ਹੌਲੀ ਹੈ ਉਹ ਕੀ ਹੈ? ਇੱਕ ਕਿਰਿਆ ਜੋ ਹੋ ਰਹੀ ਹੈ ਉਸਦੀ ਵਿਸ਼ੇਸ਼ਤਾ ਦੱਸ ਰਿਹਾ ਹੈ, ਜਾਂ ਇੱਕ ਤਰੀਕਾ ਕਹਿ ਸਕਦੇ ਹਾਂ ਕਿ ਉਸਦਾ ਢੰਗ ਜਾਂ ਪ੍ਰਕਾਰ ਦੱਸ ਰਿਹਾ ਹੈ ਕਿਰਿਆ ਦਾ, ਕਿ ਕਿਰਿਆ ਕਿੱਦਾਂ ਦੀ ਹੈ। ਠੀਕ ਹੈ ਜੀ, ਕਿਰਿਆ ਦਾ ਤਰੀਕਾ ਦੱਸ ਰਿਹਾ ਹੈ। ਤਾਂ ਉਸ ਨੂੰ ਕੀ ਕਹਿ ਸਕਦੇ ਹਾਂ ਆਪਾਂ? ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਇਸ ਤੋਂ ਬਿਨਾਂ ਉਸਨੇ ਛੇਤੀ ਨਾਲ ਕੰਮ ਕਰ ਦਿੱਤਾ। ਉਸਨੇ ਛੇਤੀ ਨਾਲ ਕੰਮ ਕਰ ਦਿੱਤਾ। ਦੇਖੋ, ਉਹਨੇ ਕੰਮ ਕਰ ਦਿੱਤਾ, ਇਹ ਤਾਂ ਆਪਾਂ ਨੂੰ ਸਮਝ ਆ ਗਿਆ ਕਿ ਉਸਨੇ ਕੰਮ ਕਰ ਦਿੱਤਾ ਹੈ, ਪਰ ਉਹ ਕੰਮ ਕੀ ਆ? ਛੇਤੀ ਨਾਲ ਕਰ ਦਿੱਤਾ ਹੈ। ਮਤਲਬ ਛੇਤੀ ਨਾਲ ਕੀ ਹੋ ਗਿਆ? ਛੇਤੀ ਕੀ ਹੋ ਗਿਆ? ਉੱਥੇ ਕੰਮ ਕਰਨ ਦਾ ਤਰੀਕਾ ਦੱਸ ਰਿਹਾ ਆਪਾਂ ਨੂੰ। ਜਿਹੜੀ ਉਹਨੇ ਕਿਰਿਆ ਕੀਤੀ ਹੈ, ਕਰਤੇ ਨੇ, ਕੋਈ ਵੀ ਕਰਤਾ ਹੈ, ਉਸਨੇ ਕਿਰਿਆ ਕੀਤੀ ਹੈ, ਤਾਂ ਉਸ ਕਿਰਿਆ ਦਾ ਜਦੋਂ ਢੰਗ ਜਾਂ ਪ੍ਰਕਾਰ ਲੱਗ ਜਾਵੇ ਆਪਾਂ ਨੂੰ ਪਤਾ, ਤਾਂ ਉਸ ਨੂੰ ਕਹਿੰਦੇ ਹਨ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਇਸੇ ਦੀ ਇੱਕ ਹੋਰ ਉਦਾਹਰਣ ਲੈ ਲੈਂਦੇ ਹਾਂ। ਕਿ ਤੁਸੀਂ ਤੇਜ਼ ਤੁਰਦੇ ਹੋ। ਤੁਸੀਂ ਤੇਜ਼ ਤੁਰਦੇ ਹੋ। ਤਾਂ ਤੁਰਨਾ ਕੀ ਹੋ ਗਿਆ ਜੀ? ਪਹਿਲੀ ਗੱਲ ਤਾਂ ਤੁਰਨਾ ਕਿਰਿਆ ਹੋ ਗਈ, ਅਤੇ ਉਸ ਤੋਂ ਬਾਅਦ ਕੀ ਹੋ ਗਿਆ? ਪਹਿਲਾਂ ਤਾਂ ਕਿਰਿਆ ਹੋ ਗਈ ਜੀ, ਉਸ ਤੋਂ ਬਾਅਦ ਤੇਜ਼ ਤੁਰਦੇ ਹੋ, ਤਾਂ ਤੇਜ਼ ਕੀ ਹੋ ਗਿਆ? ਉਸਦਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਸਦੀ ਇੱਕ ਤਰੀਕਾ ਹੋ ਗਿਆ ਜਾਂ ਢੰਗ ਹੋ ਗਿਆ ਤੇਜ਼ ਤੁਰਨਾ। ਇਸ ਤੋਂ ਬਾਅਦ ਆ ਗਿਆ ਕਾਰਨਵਾਚਕ। ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ? ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਜਾਂ ਨਾ ਹੋਣ ਦਾ, ਦੇਖੋ ਕਿਰਿਆ ਹੋ ਵੀ ਸਕਦੀ ਹੈ ਵਾਕ ਦੇ ਵਿੱਚ, ਜਾਂ ਇੱਦਾਂ ਵੀ ਹੋ ਸਕਦਾ ਹੈ ਕਿ ਵਾਕ ਦੇ ਵਿੱਚ ਕਿਰਿਆ ਨਾ ਵੀ ਹੋਵੇ। ਠੀਕ ਹੈ ਜੀ। ਸੋ ਕਿਰਿਆ ਦੇ ਹੋਣ ਦਾ ਜਾਂ ਨਾ ਹੋਣ ਦਾ ਕਾਰਨ ਦਾ ਜਿਹਨਾਂ ਸ਼ਬਦਾਂ ਤੋਂ ਪਤਾ ਲੱਗੇ, ਉਹਨਾਂ ਨੂੰ ਕਾਰਨਵਾਚਕ ਕਿਰਿਆ ਕਿਹਾ ਜਾਂਦਾ ਹੈ। ਕਾਰਨਵਾਚਕ ਤੁਸੀਂ ਸਮਝ ਹੀ ਸਕਦੇ ਹੋ ਕਿ ਕੋਈ ਕਾਰਨ ਦੱਸਣ ਵਾਲੇ ਜਿਹੜੇ ਲਫ਼ਜ਼ ਹੋਣਗੇ, ਮਤਲਬ ਹੋਣਗੇ ਤਾਂ ਉਹ ਵਿਸ਼ੇਸ਼ਣ ਹੀ, ਪਰ ਜਿਹੜੇ ਕਿਰਿਆ ਵਿਸ਼ੇਸ਼ਣ ਕੀ ਹੈ? ਕਿਰਿਆ ਦੇ ਨਾਲ ਆਉਣਗੇ ਅਤੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਕਾਰਨ ਦੱਸਣਗੇ, ਉਹਨਾਂ ਨੂੰ ਕਿਹਾ ਜਾਏਗਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਹੁਣ ਸੁਣੋ, ਇਸ ਦੇ ਵਿੱਚ ਕੀ ਹੈ? ਪਹਿਲੀ ਉਦਾਹਰਣ ਲੈ ਲਓ, ਜਿਸ ਤਰ੍ਹਾਂ ਲਿਖਿਆ ਕਿਉਂਕਿ, ਤਦੇ, ਤਾਂ ਹੀ। ਸੋ ਹੁਣ ਪਹਿਲੀ ਉਦਾਹਰਣ ਸੁਣੋ। ਪਹਿਲੀ ਉਦਾਹਰਣ ਆਪਾਂ ਲੈ ਰਹੇ ਹਾਂ, ਕਹਿ ਰਿਹਾ ਹੈ ਕਿ ਮੈਂ ਖੇਡ ਨਹੀਂ ਸਕਦਾ। ਉਦਾਹਰਣ ਨੂੰ ਤੁਸੀਂ ਸੁਣਨਾ ਹੈ, ਫਿਰ ਸਮਝਣਾ ਹੈ ਅਤੇ ਨੋਟ ਡਾਊਨ ਕਰਨਾ ਹੈ। ਕਹਿ ਰਿਹਾ ਹੈ ਕਿ ਮੈਂ ਖੇਡ ਨਹੀਂ ਸਕਦਾ ਕਿਉਂਕਿ ਮੇਰੀ ਲੱਤ ਦੁਖਦੀ ਹੈ। ਧਿਆਨ ਦੇ ਨਾਲ ਸੁਣ ਲਓ। ਕਹਿ ਰਿਹਾ ਹੈ ਕਿ ਮੈਂ ਖੇਡ ਨਹੀਂ ਸਕਦਾ ਕਿਉਂਕਿ ਮੇਰੀ ਲੱਤ ਦੁਖਦੀ ਹੈ। ਹੁਣ ਦੇਖੋ, ਇਸ ਦੇ ਲਫ਼ਜ਼, ਇਸ ਵਾਕ ਦੇ ਵਿੱਚ ਜੋ ਕਿਉਂਕਿ ਹੈ, ਕਿਉਂਕਿ ਨੂੰ ਕਿਵੇਂ ਵਰਤਿਆ ਗਿਆ ਹੈ? ਕਿਉਂਕਿ ਕੀ ਦੱਸ ਰਿਹਾ ਹੈ? ਕਾਰਨ ਦੱਸ ਰਿਹਾ ਹੈ। ਕਾਰਨ ਕਿਸ ਚੀਜ਼ ਦਾ? ਕਿ ਮੈਂ ਕਿਉਂ ਨਹੀਂ ਖੇਡ ਸਕਦਾ। ਉਹ ਕਾਰਨ ਦੱਸਣ ਦੇ ਲਈ ਜਿਹੜਾ ਲਫ਼ਜ਼ ਵਰਤਿਆ ਗਿਆ ਹੈ, ਉਸ ਲਫ਼ਜ਼ ਨੂੰ ਕਿਹਾ ਜਾਂਦਾ ਹੈ, ਉਸ ਸ਼ਬਦ ਨੂੰ ਕਿਹਾ ਜਾਂਦਾ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਚੌਥੀ ਕਿਸਮ ਆਪਾਂ ਪੜ੍ਹ ਕੇ ਹਟੇ ਹਾਂ। ਪਹਿਲਾਂ ਆਪਾਂ ਕੁਝ ਕਿਸਮਾਂ ਪੜ੍ਹੀਆਂ ਸੀ, 3। ਪਹਿਲੀ ਕਿਸਮ ਸੀ ਆਪਣੀ, ਪਹਿਲੀ ਸੀਗੀ ਕਾਲਵਾਚਕ, ਦੂਜੀ ਸਥਾਨਵਾਚਕ, ਤੀਜੀ ਕਿਸਮ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਅਤੇ ਚੌਥੀ ਕਿਸਮ ਹੈ ਕਾਰਨਵਾਚਕ। ਕਾਰਨਵਾਚਕ ਦੀ ਇੱਕ ਹੋਰ ਉਦਾਹਰਣ ਲੈ ਸਕਦੇ ਹਾਂ। ਉਸਨੇ ਮਿਹਨਤ ਕੀਤੀ ਤਾਂ ਹੀ ਉਹ ਪਾਸ ਹੋਇਆ।
ਤਾਂ ਪਾਸ ਹੋਣਾ ਕੀ ਸੀ? ਦੇਖੋ ਪਾਸ ਹੋਣਾ ਤਾਂ ਕੀ ਸੀ, ਉਹਨੇ ਮਿਹਨਤ ਕੀਤੀ ਤਾਂ ਉਹ ਪਾਸ ਹੋ ਗਿਆ। ਪਰ ਉਸਦੇ ਵਿੱਚ ਕਾਰਨ ਕੀ ਰਿਹਾ? ਕਾਰਨ ਇਹ ਰਿਹਾ ਕਿ ਉਹਨੇ ਮਿਹਨਤ ਕੀਤੀ ਤਾਂ ਹੀ। ਇਹ ਜਿਹੜਾ ਲਫ਼ਜ਼ ਹੈ ਤਾਂ ਹੀ ਜਿਹੜਾ ਸ਼ਬਦ ਹੈ ਇਹ ਕੀ ਦੱਸੇਗਾ ਆਪਾਂ ਨੂੰ? ਕਾਰਨਵਾਚਕ ਕਿਰਿਆ ਵਿਸ਼ੇਸ਼ਣ ਇਸ ਨੂੰ ਕਿਹਾ ਜਾਂਦਾ ਹੈ। ਕਿਉਂਕਿ ਕਿਰਿਆ ਉਸਨੇ ਕੀਤੀ ਤਾਂ ਹੀ ਉਹ ਪਾਸ ਹੋਇਆ, ਅਤੇ ਕਿਰਿਆ ਦੇ ਵਿੱਚ ਜਦੋਂ ਕਾਰਨ ਉਸ ਕਿਰਿਆ ਦੀ ਵਿਸ਼ੇਸ਼ਤਾ ਦੱਸੀ ਇਹਨੇ ਕਿ ਉਹ ਪਾਸ ਹੋਣ ਵਾਸਤੇ ਉਸਨੂੰ ਉਹ ਪਾਸ ਤਾਂ ਹੋਇਆ ਕਿਉਂਕਿ ਉਹ ਪੜ੍ਹਿਆ ਸੀ, ਉਸਨੇ ਮਿਹਨਤ ਕੀਤੀ ਸੀ। ਤਾਂ ਜਦੋਂ ਕਿਰਿਆ ਦੀ ਵਿਸ਼ੇਸ਼ਤਾ ਦੱਸੀ ਜਾਵੇ ਕਿ ਉਸਨੇ ਮਿਹਨਤ ਕਿਉਂ ਕੀਤੀ ਸੀ, ਤਾਂ ਕਿਰਿਆ ਦੇ ਵਿੱਚ ਇੱਥੋਂ ਵਿਸ਼ੇਸ਼ਤਾ ਪਤਾ ਲੱਗੀ ਕਿਰਿਆ ਦੇ ਮਿਹਨਤ ਕਰਨ ਦਾ, ਤਾਂ ਉਸਨੂੰ ਕਿਹਾ ਜਾਂਦਾ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਸੋ ਉਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ? ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਸੋ ਇਸ ਚੀਜ਼ ਨੂੰ ਧਿਆਨ ਦੇਣਾ, ਸਮਝ ਲੈਣਾ ਹੈ। ਜਿੱਥੇ ਵੀ ਜ਼ਰੂਰਤ ਲੱਗੇਗੀ ਆਪਾਂ ਉਹਨਾਂ ਬਾਰੇ ਡਿਸਕਸ ਕਰਾਂਗੇ। ਸੋ ਅਗਲਾ ਆ ਜਾਂਦਾ ਹੈ ਜੀ ਪਰਿਮਾਣਵਾਚਕ। ਸੋ ਅਗਲਾ ਆਪਣਾ ਆ ਜਾਂਦਾ ਹੈ ਪਰਿਮਾਣਵਾਚਕ। ਸੋ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ, ਮਿਣਤੀ ਜਾਂ ਪਰਿਮਾਣ ਦਾ ਬੋਧ ਪਤਾ ਲੱਗੇ, ਜਿਵੇਂ ਤੋਲਣਾ ਕਹਿ ਦਿੰਦੇ ਆਪਾਂ ਕਿ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਉਦਾਹਰਨਾਂ ਦੇਖ ਲਓ। ਉਦਾਹਰਨਾਂ ਆਪਣੇ ਕੋਲ ਹਨ ਜਰਾ ਆਪਾਂ ਕਹਿ ਦਿੰਦੇ ਹਾਂ ਕਿ ਜਰਾ ਕੁ, ਆਪਾਂ ਨੂੰ ਜਰਾ ਕੁ ਥੋੜ੍ਹੀ ਜਿਹੀ ਚੀਜ਼ ਹੁੰਦੀ ਆ ਨਾ ਚਾਹੀਦੀ, ਉਹਨੂੰ ਜਰਾ ਕੁ ਬੋਲ ਦਿੰਦੇ ਹਾਂ। ਬਹੁਤ, ਇੰਨਾ, ਜਿੰਨਾ, ਰਤਕ ਮਤਲਬ ਵੀ ਹੁੰਦਾ ਹੈ ਕਿ ਥੋੜ੍ਹਾ ਜਿਹਾ। ਹੁਣ ਉਦਾਹਰਨ ਸੁਣਨੀ ਹੈ ਤੁਸੀਂ। ਉਦਾਹਰਨ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਦੀ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਉਦਾਹਰਨ ਨੂੰ ਧਿਆਨ ਦੇ ਨਾਲ ਸੁਣੋ। ਉਦਾਹਰਨ ਕੀ ਹੈ? ਤੁਹਾਨੂੰ ਕਿੰਨੀ ਸਬਜ਼ੀ ਚਾਹੀਦੀ ਹੈ? ਹੁਣ ਦੇਖੋ ਇੱਥੋਂ ਇੱਕ ਚੀਜ਼ ਤਾਂ ਸਮਝ ਆ ਗਈ ਕਿ ਦੂਜੇ ਬੰਦੇ ਨੂੰ ਕੀ ਚਾਹੀਦੀ ਹੈ? ਸਬਜ਼ੀ ਚਾਹੀਦੀ ਹੈ। ਅਤੇ ਇਹਨਾਂ ਦੇ ਵਿੱਚ ਆਪਾਂ ਇਹ ਵੀ ਪੜ੍ਹਿਆ ਸੀ ਕਿ ਜੋ ਹੈ ਇਹ ਜ਼ਰੂਰੀ ਨਹੀਂ ਹੈ ਕਿ ਕਿਰਿਆ ਵਿਸ਼ੇਸ਼ਣਾਂ ਦੇ ਵਿੱਚ ਜਿਹੜਾ ਹੈ ਉਹ ਕਰਮ ਹੋਣਾ ਜ਼ਰੂਰੀ ਹੈ। ਠੀਕ ਹੈ ਜੀ, ਮਤਲਬ ਕਿਰਿਆ ਹੋਣੀ ਜ਼ਰੂਰੀ ਹੈ। ਇੱਕ ਆਕਰਮਕ ਕਿਰਿਆ ਵਾਲੇ ਸ਼ਬਦ ਵੀ ਹੋ ਸਕਦੇ ਨੇ, ਸਕਰਮਕ ਵੀ ਹੋ ਸਕਦੇ ਨੇ। ਸੋ ਪਰਿਮਾਣਵਾਚਕ ਦੇ ਵਿੱਚ ਉਦਾਹਰਨ ਲੈ ਲਓ ਕਿ ਤੁਹਾਨੂੰ ਕਿੰਨੀ ਸਬਜ਼ੀ ਚਾਹੀਦੀ ਹੈ। ਮੈਨੂੰ ਥੋੜ੍ਹਾ ਜਿਹਾ ਦੁੱਧ ਚਾਹੀਦਾ ਹੈ। ਤਾਂ ਮੈਨੂੰ ਦੁੱਧ ਚਾਹੀਦਾ ਹੈ, ਉਹ ਤਾਂ ਦੇਖੋ ਕਿਰਿਆ ਹੋ ਗਈ ਇੱਕ, ਮੈਨੂੰ ਹੈ ਨਾ ਕੰਮ ਹੋ ਗਿਆ। ਤਾਂ ਮੈਨੂੰ ਥੋੜ੍ਹਾ ਜਿਹਾ ਦੁੱਧ ਚਾਹੀਦਾ, ਜਿਹੜਾ ਥੋੜ੍ਹਾ ਲਫ਼ਜ਼ ਵਰਤਿਆ ਆਪਾਂ ਉਹ ਕੀ ਹੈ? ਉਹ ਆਪਣਾ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਹੈ। ਸੋ ਇਸ ਤਰੀਕੇ ਨਾਲ ਆਪਣੇ 5 ਹੋ ਚੁੱਕੇ ਨੇ। ਉਸ ਤੋਂ ਬਾਅਦ ਆ ਜਾਂਦਾ ਹੈ ਸੰਖਿਆਵਾਚਕ। ਸੰਖਿਆਵਾਚਕ ਵਿਸ਼ੇਸ਼ਣ ਆਪਾਂ ਨੂੰ ਦੱਸਦਾ ਹੈ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਕਿ ਜਿਸ ਤਰ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੁਹਰਾਅ ਦਾ ਪਤਾ ਲੱਗੇ, ਉਹਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਉਦਾਹਰਨਾਂ ਦੇਖ ਸਕਦੇ ਹੋ, ਘੜੀ ਮੁੜੀ, ਦੁਬਾਰਾ, ਕਈ ਵਾਰ, ਇੱਕ ਜਾਂ ਦੋ। ਹੁਣ ਇਹਨਾਂ ਵਾਸਤੇ ਉਦਾਹਰਨ ਕਿਵੇਂ ਦੇ ਸਕਦੇ ਹੋ ਕਿ ਮਨੁੱਖ ਘੜੀ ਮੁੜੀ ਗਲਤੀ ਕਰਦਾ ਹੈ। ਮਨੁੱਖ, ਹੁਣ ਦੇਖੋ ਇੱਥੇ ਕੀ ਹੈ? ਸ਼ਬਦਾਂ ਤੋਂ ਕਿਰਿਆ ਦਾ ਦੁਹਰਾਅ ਪਤਾ ਲੱਗ ਰਿਹਾ ਹੈ। ਮਨੁੱਖ ਘੜੀ ਮੁੜੀ ਗਲਤੀ ਕਰਦਾ ਹੈ, ਤਾਂ ਉਹ ਗਲਤੀ ਕਰਨੀ ਕੀ ਹੈ? ਉਹ ਤਾਂ ਕਿਰਿਆ ਹੋ ਗਈ। ਘੜੀ ਮੁੜੀ ਕੀ ਹੋ ਗਿਆ? ਘੜੀ ਮੁੜੀ ਕੀ ਹੋ ਗਿਆ? ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਹੋਰ ਦੇਖ ਸਕਦੇ ਹਾਂ ਕਿ ਰਾਮ ਨੇ ਸ਼ਾਮ ਨਾਲ ਕਈ ਵਾਰ ਸਮਝੌਤਾ ਕੀਤਾ। ਸੋ ਰਾਮ ਨੇ ਸ਼ਾਮ ਨਾਲ ਸਮਝੌਤਾ ਕੀਤਾ। ਕੀ ਹੋ ਗਿਆ? ਦੇਖੋ ਸਮਝੌਤਾ ਕਰਨਾ ਕੀ ਹੋ ਗਿਆ? ਇੱਕ ਕੰਮ ਹੋ ਗਿਆ ਜਿਸ ਨੂੰ ਕਿਰਿਆ ਕਹਿ ਸਕਦੇ ਹਾਂ। ਪਰ ਰਾਮ ਨੇ ਕਈ ਵਾਰ, ਤਾਂ ਇਹ ਜਿਹੜਾ ਕਈ ਵਾਰ ਇੱਥੇ ਸ਼ਬਦ ਵਰਤਿਆ ਗਿਆ ਹੈ, ਇਹ ਕਈ ਵਾਰ ਸ਼ਬਦ ਕੀ ਹੈ? ਇੱਕ ਤਰੀਕੇ ਨਾਲ ਦੁਹਰਾਅ ਦੱਸ ਰਿਹਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਗਿਣਤੀ ਦੱਸ ਰਿਹਾ। ਗਿਣਤੀ ਤਾਂ ਵੈਸੇ ਨਹੀਂ ਦੱਸ ਰਿਹਾ, ਦੁਹਰਾਅ ਦੱਸ ਰਿਹਾ ਹੈ ਕਿ ਉਸਨੇ ਕਈ ਵਾਰੀ ਉਸਦੇ ਨਾਲ ਸਮਝੌਤਾ ਕੀਤਾ ਹੈ। ਹੋ ਸਕਦਾ 2 ਵਾਰੀ ਕੀਤਾ ਹੋਏ, ਹੋ ਸਕਦਾ 4 ਵਾਰੀ ਕੀਤਾ ਹੋਏ। ਸੋ ਇਹ ਕੀ ਹੈ? ਸੰਖਿਆ। ਸਮਝੌਤਾ ਕਰਨਾ ਕੀ ਹੋ ਗਿਆ ਜੀ? ਕਿਰਿਆ। ਅਤੇ ਉਸਨੇ ਕਈ ਵਾਰੀ ਸਮਝੌਤਾ ਕੀਤਾ ਹੋਇਆ ਹੈ, ਦੈਟ ਮੀਨਸ ਇਹ ਕੀ ਹੋ ਗਿਆ ਜੀ? ਉਸਦੇ ਸਮਝੌਤਾ ਕਰਨ ਦੀ ਵਿਸ਼ੇਸ਼ਤਾ ਹੋ ਗਈ ਕਿ ਉਸਨੇ ਕਈ ਵਾਰੀ ਸਮਝੌਤਾ ਕੀਤਾ ਹੋਇਆ ਹੈ। ਸੋ ਇਸ ਨੂੰ ਕਹਿ ਦਾਂਗੇ ਜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਧਿਆਨ ਦੇਣਾ, ਸਮਝ ਲੈਣਾ ਹੈ। ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਅਤੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਆਪਾਂ ਹੁਣੇ ਕੀਤੇ ਨੇ। ਇਸ ਤੋਂ ਬਾਅਦ ਇਸ ਦੀਆਂ 2 ਕਿਸਮਾਂ ਬਾਕੀ ਬਚਦੀਆਂ ਨੇ, ਉਹਨਾਂ ਨੂੰ ਵੀ ਤੁਸੀਂ ਧਿਆਨ ਦੇਣਾ, ਸਮਝ ਲੈਣਾ ਹੈ। ਕਈ ਵਾਰੀ ਪੁੱਛਿਆ ਜਾਂਦਾ ਹੈ
ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ, ਅਤੇ ਇਹਨਾਂ ਦੇ ਵਿੱਚੋਂ ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਵਾਕ ਦੇ ਵਿੱਚ ਥੋੜ੍ਹਾ ਜਿਹਾ ਅੱਖਰ ਨੂੰ ਬੋਲਡ ਕਰ ਦਿੱਤਾ ਜਾਂਦਾ ਹੈ ਜਾਂ ਉਸਦੇ ਥੱਲੇ ਲਾਈਨ ਲਗਾ ਦਿੱਤੀ ਜਾਂਦੀ ਹੈ ਅਤੇ ਪੁੱਛਿਆ ਜਾਂਦਾ ਹੈ ਇਹ ਕਿਹੜੀ ਟਾਈਪ ਦਾ ਕਿਰਿਆ ਵਿਸ਼ੇਸ਼ਣ ਹੈ। ਸੋ ਗੱਲ ਕਰਦੇ ਹਾਂ ਅਗਲੇ ਦੀ। ਅਗਲਾ ਕੁਐਸਚਨ ਆਪਾਂ ਨੂੰ ਕੀ ਕਹਿ ਰਿਹਾ ਹੈ? ਇਹ ਕਹਿ ਰਿਹਾ ਹੈ ਸੰਖਿਆਵਾਚਕ ਆਪਣਾ ਹੋ ਚੁੱਕਾ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਸੋ ਨਿਰਣਾ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪੂਰਾ ਗਿਆਨ ਹੋਵੇ। ਨਿਰਣੈ ਪੂਰਵਕ ਮਤਲਬ ਕਿ ਆਪਣੇ ਕੋਲ ਕੋਈ ਨਾ ਕੋਈ ਨਤੀਜਾ ਉਸਦਾ ਹੋਵੇ, ਠੀਕ ਹੈ ਜੀ, ਨਿਰਣਾ ਹੋਵੇ, ਉਸ ਨੂੰ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਜੀ ਹਾਂ, ਆਹੋ ਜੀ, ਚੰਗਾ ਜੀ। ਸੋ ਇਹ ਉਦਾਹਰਨਾਂ ਹਨ, 3-4 ਤੁਸੀਂ ਦੇਖ ਸਕਦੇ ਹੋ। ਹੁਣ ਮੈਂ ਇੱਕ ਵਾਕ ਬੋਲਾਂਗਾ, ਤੁਸੀਂ ਧਿਆਨ ਦੇ ਨਾਲ ਉਸ ਵਾਕ ਨੂੰ ਸੁਣਨਾ ਹੈ ਅਤੇ ਫਿਰ ਤੁਸੀਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਆਸਾਨੀ ਨਾਲ ਸਮਝ ਲਵੋਗੇ। ਤਾਂ ਵਾਕ ਸੁਣੋ ਜੀ। ਵਾਕ ਕੀ ਹੈ? ਵਾਕ ਹੈ ਮੈਂ ਉਸਨੂੰ ਨਹੀਂ ਜਾਣਦਾ। ਮੈਂ ਉਸਨੂੰ ਨਹੀਂ ਜਾਣਦਾ। ਤਾਂ ਇੱਥੇ ਜੋ ਨਹੀਂ ਹੈ, ਨਹੀਂ ਲਫ਼ਜ਼ ਕੀ ਹੈ? ਨਹੀਂ ਜੋ ਸ਼ਬਦ ਹੈ ਉਹ ਕੀ ਹੈ? ਨਿਰਣੈਵਾਚਕ ਕਿਰਿਆ ਵਿਸ਼ੇਸ਼ਣ। ਕਿਉਂਕਿ ਉਸਨੂੰ ਮੈਂ ਨਹੀਂ ਜਾਣਦਾ, ਇਸ ਚੀਜ਼ ਨੂੰ ਮੈਂ ਸ਼ੋਰ ਕਹਿ ਰਿਹਾ ਹਾਂ, ਠੀਕ ਹੈ ਜੀ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਨਹੀਂ ਜਾਣਦਾ ਉਸਨੂੰ। ਤਾਂ ਇਸ ਦੇ ਵਿੱਚ ਨਹੀਂ ਕੀ ਹੋ ਗਿਆ ਜੀ? ਨਹੀਂ ਜੋ ਹੈ ਤੁਹਾਡਾ ਉਹ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਕਹਾਏਗਾ। ਇੱਥੇ ਮੈਂ ਫਿਰ ਦੱਸ ਰਿਹਾ ਜੀ, ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਕਿ ਤੁਸੀਂ ਕੋਈ ਡਿਸੀਜ਼ਨ ਲੈ ਲਿਆ ਹੈ, ਤੁਸੀਂ ਕੋਈ ਫੈਸਲਾ ਲੈ ਲਿਆ ਹੈ। ਜਿੱਦਾਂ ਮੈਂ ਇੱਥੇ ਉਦਾਹਰਨ ਲਈ ਸੀ ਕਿ ਮੈਂ ਉਸਨੂੰ ਨਹੀਂ ਜਾਣਦਾ, ਤਾਂ ਮੈਂ ਫੈਸਲਾ ਕਰ ਚੁੱਕਾ ਹਾਂ ਕਿ ਮੈਂ ਉਸਨੂੰ ਨਹੀਂ ਜਾਣਦਾ। ਤਾਂ ਇਹ ਜੋ ਫੈਸਲਾ ਹੋ ਚੁੱਕਾ ਹੈ ਉਸ ਦੇ ਬੇਸਿਸ ਦੇ ਉੱਤੇ ਉਸ ਨੂੰ ਕਿਹਾ ਗਿਆ ਹੈ ਕਿ ਮੈਂ ਉਸਨੂੰ ਨਹੀਂ ਜਾਣਦਾ। ਇਸ ਤੋਂ ਬਿਨਾਂ ਜੇਕਰ ਵੈਸੇ ਗੱਲ ਕੀਤੀ ਜਾਏ, ਹੋਰ ਇੱਕ ਉਦਾਹਰਨ ਲੈ ਸਕਦੇ ਹੋ ਕਿ ਤੁਸੀਂ ਜ਼ਰੂਰ ਦਰਸ਼ਨ ਦਿਓ। ਤਾਂ ਤੁਸੀਂ ਜ਼ਰੂਰ ਦੇ ਵਿੱਚ ਕੀ ਹੈ? ਦੇਖੋ, ਮੈਂ ਉਸਨੂੰ ਰਿਕੁਐਸਟ ਕਰ ਰਿਹਾ ਹਾਂ, ਉਸਦੀ ਆਉਣ ਦੀ ਮੈਨੂੰ ਉਮੀਦ ਹੈ। ਤਾਂ ਮਤਲਬ ਇੱਕ ਤਰੀਕੇ ਨਾਲ ਮੈਨੂੰ ਕਿਰਿਆ ਦੇ ਹੋਣ ਦਾ ਅੰਦਾਜ਼ਾ ਹੈ, ਠੀਕ ਹੈ, ਕਿਰਿਆ ਦੇ ਹੋਣ ਦਾ ਅੰਦਾਜ਼ਾ ਹੈ ਕਿ ਕਿਰਿਆ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਸੋ ਤੁਸੀਂ ਜ਼ਰੂਰ ਦਰਸ਼ਨ ਦਿਓ, ਇਹ ਕੀ ਹੈ? ਇੱਕ ਤਰੀਕੇ ਨਾਲ ਇਸ ਦੇ ਵਿੱਚ ਜ਼ਰੂਰ ਜਿਹੜਾ ਲਫ਼ਜ਼ ਹੈ, ਜ਼ਰੂਰ ਜਿਹੜਾ ਸ਼ਬਦ ਹੈ ਕਿ ਤੁਸੀਂ ਜ਼ਰੂਰ ਦਰਸ਼ਨ ਦਿਓ। ਸੋ ਜ਼ਰੂਰ ਜੋ ਹੈ ਉਹ ਕੀ ਹੈ? ਉਹ ਇੱਕ ਤਰੀਕੇ ਨਾਲ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਹੈ। ਸੋ ਤੁਸੀਂ ਜ਼ਰੂਰ ਦਰਸ਼ਨ ਦਿਓ। ਸੋ ਇਸ ਤਰੀਕੇ ਨਾਲ ਆਪਣੀਆਂ 7 ਕਿਸਮਾਂ ਜੋ ਹਨ ਉਹ ਵਿਸ਼ੇਸ਼ਣ ਦੀਆਂ ਪੂਰੀਆਂ ਹੁੰਦੀਆਂ ਨੇ, ਕਿਰਿਆ ਵਿਸ਼ੇਸ਼ਣ ਦੀਆਂ। ਤਾਂ ਆਪਣੀ ਆਖਰੀ ਕਿਸਮ ਬਾਕੀ ਬਚੀ ਹੋਈ ਹੈ, ਸੋ ਉਸ ਨੂੰ ਵੀ ਇੱਕ ਵਾਰੀ ਪੜ੍ਹ ਲੈਂਦੇ ਹਾਂ। ਉਹ ਕੀ ਹੈ? ਅਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਸੋ ਇੱਕ ਤਰੀਕੇ ਨਾਲ ਇਹ ਨਿਸ਼ਚੈਵਾਚਕ ਹੈ। ਨਿਸ਼ਚੈਵਾਚਕ ਦੇ ਵਿੱਚ ਵੀ ਇਹੀ ਜਿਹਾ ਚੀਜ਼, ਥੋੜ੍ਹਾ ਜਿਹਾ ਫਰਕ ਹੈ ਦੋਨਾਂ ਦੇ ਵਿੱਚ। ਨਿਸ਼ਚੈਵਾਚਕ ਦੇ ਵਿੱਚ ਵੀ ਇੱਦਾਂ ਹੈ ਕਿ ਨਿਸ਼ਚੈ ਜਾਂ ਵਿਸ਼ਵਾਸ ਦੇ ਭਾਗ ਪ੍ਰਗਟ ਹੋਣ ਜਦੋਂ ਉਸ ਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਬੇਸ਼ੱਕ, ਬਿਲਕੁਲ ਅਤੇ ਜ਼ਰੂਰ। ਸੋ ਮੈਂ ਉਦਾਹਰਣ ਦੇ ਦਿੰਦਾ ਹਾਂ, ਤਕਰੀਬਨ ਇਹਨਾਂ ਦੋਨਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈ। ਜਿਵੇਂ ਉਹ ਹੀ ਤਾਂ ਸ਼ਰਾਰਤੀ ਹੈ। ਮੰਨ ਲਓ ਆਪਾਂ ਲਿਖਿਆ ਉਹ ਹੀ ਤਾਂ ਸ਼ਰਾਰਤੀ ਹੈ, ਤਾਂ ਉਹ ਤਾਂ ਪੜਨਾਮ ਹੋ ਗਿਆ, ਸ਼ਰਾਰਤੀ ਜੋ ਹੈ ਉਹ ਨਾਊਨ ਹੋ ਗਿਆ ਜੀ। ਸੋ ਉਹ ਹੀ ਤਾਂ ਸ਼ਰਾਰਤੀ ਹੈ, ਤਾਂ ਇਸ ਦੇ ਵਿੱਚ ਜੋ ਹੈ ਹੀ ਅਤੇ ਤਾਂ, ਉਹ ਹੀ ਤਾਂ ਸ਼ਰਾਰਤੀ ਹੈ, ਤਾਂ ਇੱਥੇ ਜੋ ਹੀ ਅਤੇ ਤਾਂ ਵਰਤਿਆ ਗਿਆ ਹੈ, ਇਹ ਜੋ ਹਨ ਇਹ ਨਿਸ਼ਚੈਵਾਚਕ ਹਨ ਕਿ ਤੁਹਾਨੂੰ ਉਹਨਾਂ ਬਾਰੇ ਪਤਾ ਹੈ ਅਤੇ ਉਸਨੂੰ ਤੁਸੀਂ ਕੀ ਹੈ? ਵਿਸ਼ਵਾਸ ਦੇ ਭਾਵ ਨਾਲ ਪ੍ਰਗਟ ਕਰਕੇ ਤੁਸੀਂ ਦੱਸਣਾ ਹੈ। ਸੋ ਇਸ ਤਰੀਕੇ ਨਾਲ ਕੀ ਹੈ ਕਿ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗੇਗਾ। ਸੋ ਜਿੱਥੋਂ ਵੀ ਤੁਸੀਂ ਇਸ ਚੀਜ਼ ਨੂੰ ਤਰੀਕੇ ਦੇ ਨਾਲ ਦੱਸਣਾ ਹੈ, ਠੀਕ ਹੈ ਜੀ। ਸੋ ਭਾਵ ਵਿਸ਼ਵਾਸ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਨੂੰ ਦੱਸਣਾ ਹੈ। ਜੇਕਰ ਤੁਸੀਂ ਉਸ ਚੀਜ਼ ਨੂੰ ਵਿਸ਼ਵਾਸ ਦੇ ਨਾਲ ਦੱਸ ਪਾਉਂਦੇ ਹੋ ਤਾਂ ਜਿਹੜੇ ਵੀ ਲਫ਼ਜ਼ ਉੱਥੇ ਵਰਤੇ ਜਾਣਗੇ ਉਹਨਾਂ ਨੂੰ ਕਿਹਾ ਜਾਏਗਾ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਤੁਸੀਂ ਬੇਸ਼ੱਕ ਆ ਜਾਓ, ਤਾਂ ਬੇਸ਼ੱਕ ਕੀ ਹੋ ਗਿਆ? ਬੇਸ਼ੱਕ ਕੀ ਦੱਸ ਰਿਹਾ ਹੈ? ਬੇਸ਼ੱਕ ਨੇ ਆਪਣਾ ਕੀ, ਦੁਬਾਰਾ ਸੁਣੋ ਜੀ,
ਤੁਸੀਂ ਬੇਸ਼ੱਕ ਆ ਜਾਓ। ਤਾਂ ਬੇਸ਼ੱਕ ਦਾ ਮਤਲਬ ਕੀ ਹੋ ਗਿਆ ਕਿ ਮੈਂ ਉਸਨੂੰ ਪੱਕਾ ਕਹਿ ਚੁੱਕਾ ਹਾਂ ਕਿ ਤੁਹਾਡਾ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ। ਤਾਂ ਮੈਨੂੰ ਕੀ ਹੈ ਉੱਥੇ ਵਿਸ਼ਵਾਸ ਹੈ। ਜੇ ਦੇਖੋ ਉਸ ਬੰਦੇ ਨੂੰ ਜਿਹਨੂੰ ਵੀ ਮੈਂ ਕਹਿ ਰਿਹਾ ਹੈ ਕਿ ਤੁਸੀਂ ਜਾਂ ਮੈਂ ਆਪਣੇ ਆਪ ਨੂੰ ਕਹਾਂ ਕਿ ਤੁਸੀਂ, ਮੈਨੂੰ ਇੱਕ ਚਿੱਠੀ ਆਈ ਉਸ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਆ ਸਕਦੇ ਹੋ, ਤਾਂ ਉਸ ਦੇ ਵਿੱਚ ਕੀ ਹੋ ਗਿਆ, ਇੱਕ ਵਿਸ਼ਵਾਸ ਦਾ ਪ੍ਰਗਟਾਵਾ ਹੋ ਗਿਆ ਜਾਂ ਨਿਸ਼ਚੈ ਹੋ ਗਿਆ, ਮੈਨੂੰ ਤਸੱਲੀ ਹੋ ਗਈ ਕਿ ਤੁਸੀਂ ਬੇਸ਼ੱਕ ਆ ਸਕਦੇ ਹੋ। ਤਾਂ ਇਸ ਦੇ ਵਿੱਚ ਕੀ ਹੈ, ਬੇਸ਼ੱਕ ਸ਼ਬਦ, ਬਿਲਕੁਲ ਸ਼ਬਦ ਜਾਂ ਜ਼ਰੂਰ ਸ਼ਬਦ, ਇੱਦਾਂ ਦੇ ਸ਼ਬਦ ਵਰਤੇ ਜਾਂਦੇ ਨੇ। ਮੈਂ ਇੱਕ ਉਦਾਹਰਨ ਹੋਰ ਦੇ ਸਕਦਾ ਕਿ ਮੈਂ ਚਾਹ ਬਿਲਕੁਲ ਪਸੰਦ ਨਹੀਂ ਕਰਦਾ। ਮੈਂ ਚਾਹ ਬਿਲਕੁਲ ਪਸੰਦ ਨਹੀਂ ਕਰਦਾ ਮਤਲਬ ਕੀ ਆ ਕਿ ਮੈਂ ਆਪਣੇ ਬਾਰੇ ਕਨਫਰਮ ਹਾਂ, ਕਨਫਰਮ ਕਹਿ ਸਕਦੇ ਹਾਂ, ਜਾਂ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਹਾਂ ਕਿ ਉਹਨੂੰ ਨਿਸ਼ਚੈ ਜਾਂ ਵਿਸ਼ਵਾਸ ਹੈ ਆਪਣੇ ਆਪ ਉੱਤੇ ਕਿ ਮੈਂ ਚਾਹ ਨਹੀਂ ਪੀ ਸਕਦਾ। ਸੋ ਇਹ ਆਪਣੀ ਜਿਹੜੀਆਂ ਨੇ ਇਸ 5 ਕਿਸਮਾਂ ਇੱਥੋਂ ਪੂਰੀਆਂ 8 ਕਿਸਮਾਂ ਇੱਥੋਂ ਪੂਰੀਆਂ ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ ਦੀਆਂ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਵਾਰੀ ਪੜ੍ਹ ਲੈਣਾ ਹੈ। ਕਿਤੇ ਵੀ ਕੋਈ ਦਿੱਕਤ ਲੱਗਦੀ ਹੈ ਤੁਸੀਂ ਉਸ ਬਾਰੇ ਪੁੱਛ ਸਕਦੇ ਹੋ। ਅਤੇ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ ਜੀ ਸੰਬੰਧਕ ਬਾਰੇ। ਸੰਬੰਧਕ ਕੀ ਹੁੰਦਾ ਹੈ ਅਤੇ ਕਿਵੇਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਬਾਕੀ ਆਪਾਂ ਦੇਖਾਂਗੇ ਜੀ ਜੇ ਕੋਈ ਟੌਪਿਕ ਪੈਂਡਿੰਗ ਹੋਇਆ ਪਿੱਛੇ ਦਾ ਉਸ ਨੂੰ ਵੀ ਕਵਰ ਜ਼ਰੂਰ ਕਰਨਾ ਹੈ। ਸੋ ਇਸ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਸੋ ਮੱਚ। ਅੱਜ ਆਪਾਂ 8 ਕਾਰਕ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਬਾਰੇ ਡਿਸਕਸ਼ਨ ਕੀਤੀ ਹੈ। ਅਤੇ ਮੇਰੀ ਰਿਕੁਐਸਟ ਹੈ ਜੇਕਰ ਵੀਡੀਓ ਅੱਛੀ ਲੱਗੇ, ਵੀਡੀਓ ਤੋਂ ਤੁਹਾਨੂੰ ਕੋਈ ਫਾਇਦਾ ਹੋਇਆ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਚੈਨਲ ਨੂੰ ਮੇਰੇ ਨੂੰ ਜ਼ਰੂਰ ਕਰ ਲੈਣਾ ਹੈ ਤੁਸੀਂ। ਬਾਕੀ ਦੀਆਂ ਗੱਲਾਂ ਕੱਲ੍ਹ ਦੀ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮੱਚ। ਹੈਵ ਅ ਨਾਈਸ ਡੇ ਅਹੈਡ। ਟੇਕ ਕੇਅਰ। ਬਾਏ ਬਾਏ।